व्यूअर्स वेलकम बैक टू प्रोग्राम। सो व्यूअर्स गलबात करन जा रहे हैं कि प्रधानमंत्री भारत ਦੇ ਜਿਹੜੇ ਨਰਿੰਦਰ ਮੋਦੀ ਪੂਰੀ ਨਟੰਕੀ ਮਾਸਟਰ ਹਨ। ਇੱਕ ਪਾਸੇ ਹਿੰਦੂਤਵੀ ਜਮਾਤਾਂ ਵੱਲੋਂ ਸਿੱਖਾਂ ਮੁਸਲਮਾਨਾਂ ਈਸਾਈਆਂ ਦਲਤਾਂ ਦੇ ਖਿਲਾਫ ਪੂਰਾ ਜ਼ਹਿਰ ਉਗਲਿਆ ਜਾ ਰਿਹਾ ਹੈ, ਪਰ ਦੂਸਰੇ ਪਾਸੇ ਮੋਦੀ ਵੱਲੋਂ ਕਨਫਿਊਜ਼ਨ ਸਿਗਨਲ ਦਿੱਤੇ ਜਾ ਰਹੇ ਨੇ ਕਿ 1 ਜਨਵਰੀ ਨੂੰ ਮੋਦੀ ਪੰਜਾਬ ਦੇ ਗਾਇਕ ਦਲਜੀਤ ਦੋਸਾਂਝ ਨੂੰ ਮਿਲਦੇ ਆ ਅਤੇ 3 ਜਨਵਰੀ ਨੂੰ ਅਜਮੇਰ ਦੀ ਦਰਗਾਹ ਸ਼ਰੀਫ ਲਈ ਚਾਦਰ ਜਿਹੜੀ ਭੇਟ ਕਰਦਾ ਹੈ। ਸੋ ਇਹ ਸਭ ਜਿਹੜਾ ਵਿਹਾਰ ਕੀ ਹੈ ਇਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲੈ ਐਂਡ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੱਕ ਪਾਸੇ ਤਾਂ ਜਦੋਂ ਅਸੀਂ ਪੰਜਾਬ ਦੀ ਆਪਣੀ ਪੰਥਕ ਸਿਆਸਤ ਜਾਂ ਸਿੱਖ ਸਿਆਸਤ ਜਾਂ ਪੰਜਾਬ ਦੀ ਸਿਆਸਤ ਵੱਲ ਦੇਖਦੇ ਹਾਂ, ਜੀ ਉੱਥੇ ਤਾਂ ਇੱਕ ਆਪਣਾ ਜਲੂਸ ਕਢਾਇਆ ਹੋਇਆ, ਬਹੁਤ ਸਾਰਾ ਭੰਬਲ ਭੂਸਾ ਔਰ ਕੌਣ ਠੀਕ ਹੈ ਕੌਣ ਗਲਤ ਹੈ, ਕਿਹਨੂੰ ਅਮਿਤ ਸ਼ਾਹ ਚਲਾ ਰਿਹਾ ਹੈ, ਕਿਹਨੂੰ ਕਿਹੜਾ ਏਜੰਸੀਆਂ ਦਾ ਬੰਦਾ ਚਲਾ ਰਿਹਾ ਹੈ, ਇਹ ਜਿਹੜਾ ਹੈ ਉਹ ਨਜ਼ਰ ਆ ਰਿਹਾ। ਲੇਕਿਨ ਕੁੱਲ ਮਿਲਾ ਕੇ ਜੇ ਅਸੀਂ ਸੈਂਟਰ ਲੈਵਲ 'ਤੇ ਦੇਖੀਏ, ਭਾਵੇਂ ਉੱਪਰੋਂ ਲੱਗਦਾ ਹੈ ਕਿ ਵੀ ਬੜਾ ਹੀ ਸਮੂਥ ਬੀਜੇਪੀ ਦੀ ਹਕੂਮਤ ਹੈ ਔਰ ਭਾਵੇਂ ਸੀਟਾਂ 240 ਬੀਜੇਪੀ ਨੂੰ ਮਿਲੀਆਂ ਸੀ, ਪਰ ਉਹਨਾਂ ਨੇ ਜਿਹੜਾ ਉਹ ਚੰਦਰ ਨਾਇਡੂ ਬਾਬੂ ਔਰ ਨਤੀਸ਼ ਕੁਮਾਰ ਉਹਨੂੰ ਨਾਲ ਲੈ ਕੇ ਹਕੂਮਤ ਬਣਾ ਲਈ। ਹੁਣ ਨਤੀਸ਼ ਕੁਮਾਰ ਦੇ ਬਿਹੇਵ ਨੂੰ ਲੈ ਕੇ ਵੀ ਚੱਲ ਰਿਹਾ ਹੈ ਵੀ ਸ਼ਾਇਦ ਉਹ ਕੋਈ ਇਹਨਾਂ ਨੂੰ ਝਟਕਾ ਦੇ, ਕਿਉਂਕਿ ਉਹਨੂੰ ਵੀ ਉਹ ਇਗਨੋਰ ਕਰਕੇ ਜਿਵੇਂ ਰੀਜਨਲ ਪਾਰਟੀਆਂ ਇਹਨਾਂ ਨੇ ਤੋੜੀਆਂ ਨੇ, ਭੋਗ ਪਾਇਆ ਹਰਿਆਣੇ ਦੇ ਵਿੱਚ ਕਿਵੇਂ ਕੀ ਵਰਤਾਰਾ ਕੀਤਾ, ਪੰਜਾਬ 'ਚ ਅਕਾਲੀ ਦਲ ਦਾ ਭੋਗ ਪਾ ਦਿੱਤਾ। ਸੋ ਨਤੀਸ਼ ਕੁਮਾਰ ਨੂੰ ਵੀ ਲੱਗਦਾ ਕਿ ਭਾਈ ਇਹ ਜਿਹੜਾ ਹੁਣ ਇਹ ਬੀਜੇਪੀ ਨੇ ਟੇਕ ਓਵਰ ਹੀ, ਜਿਵੇਂ ਜਾਂ ਮਹਾਰਾਸ਼ਟਰ ਜੋ ਸ਼ਿਵ ਸੈਨਾ ਦਾ ਹਾਲ ਕੀਤਾ। ਸੋ ਉਹ ਥਾਂ ਆਪਣੀ ਥਾਂ ਚੱਲ ਰਹੀ ਹੈ। ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਪੰਜਾਬ ਦੇ ਵਿੱਚ 2 ਪ੍ਰੋਮੀਨੈਂਟ ਜਿਹੜੇ ਫਿਲਮੀ ਦੁਨੀਆ 'ਚੋਂ ਜਾਂ ਕਲਾਕਾਰਾਂ ਦੀ ਦੁਨੀਆ 'ਚੋਂ ਆਏ, ਦੀਪ ਸਿੱਧੂ ਔਰ ਮੂਸੇਵਾਲਾ, ਜਿਨ੍ਹਾਂ ਨੇ ਜਿਹੜਾ ਉਹ ਹੱਕ ਸੱਚ ਜਾਂ ਅਣਖ ਦੀ ਗੱਲ ਵੱਲ ਜਦੋਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਤੇ ਦੋਵਾਂ ਦਾ ਹੀ ਜਿਹੜਾ ਏਜੰਸੀਆਂ ਨੇ ਮਰਡਰ ਕੀਤਾ। ਇੱਕ ਐਕਸੀਡੈਂਟ ਦੇ ਬਹਾਨੇ, ਇੱਕ ਡਾਇਰੈਕਟ ਅਸੈਸੀਨੇਸ਼ਨ। ਔਰ ਉਹਦੇ ਲਈ ਕਿਵੇਂ ਉਹ ਗੈਂਗਸਟਰ ਬਿਸ਼ਨੋਈ, ਉਹਦਾ ਅਮਿਤ ਸ਼ਾਹ ਨਾਲ ਕੀ ਤਾਲੁਕ ਹੈ, ਉਹਨੂੰ ਹੁਣ ਸਾਬਰਮਤੀ ਦੀ ਜੇਲ੍ਹ 'ਚ ਰੱਖਿਆ ਹੋਇਆ, ਉੱਥੇ ਗੁਜਰਾਤ 'ਚ ਜਿਹੜੀ ਕੋਈ ਪਹੁੰਚ ਨਹੀਂ ਹੋ ਸਕਦੀ। ਸੋ ਇਸ ਪੀਰੀਅਡ 'ਚ ਫਿਰ ਹਿੰਦੂ ਤਵੀਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਜਿਵੇਂ ਸ਼ਾਇਦ ਸ਼ੁਭ ਕਰਕੇ ਇੱਕ ਹੋਰ ਸਿੰਗਰ ਸੀ ਜਿਹਨੇ ਫਾਰਮਰਸ ਦੀ ਜਾਂ ਸਿੱਖੀ ਅਣਖ ਦੀ ਗੱਲ ਕੀਤੀ, ਉਸ ਦੇ ਉੱਤੇ ਪਾਬੰਦੀਆਂ। ਰਣਜੀਤ ਬਾਵਾ ਨਾਂ ਦਾ ਗਾਇਕ ਜਿਹਨੇ ਜਿਹੜੀ ਤੂਫਾਨ ਸਿੰਘ ਜਗਰਾਜ ਸਿੰਘ ਦੀ ਫਿਲਮ ਸੀ ਉਹਦੇ 'ਚ ਰੋਲ ਅਦਾ ਕੀਤਾ ਸੀ, ਔਰ ਮਹਾਰਾਜਾ ਦਲੀਪ ਸਿੰਘ ਜਾਂ ਸਿੱਖ ਰਾਜ ਦੀ ਗੱਲ ਕੀਤੀ, ਉਹਨੂੰ ਪਿਛਲੇ ਦਿਨਾਂ 'ਚ ਹਿਮਾਚਲ ਦੇ ਕਿਸੇ ਟਾਊਨ ਦੇ ਵਿੱਚ ਉਹਦਾ ਸ਼ੋਅ ਰੱਖਿਆ ਸੀ ਤੇ ਪਹਾੜੀਆਂ ਨੇ ਕਿਹਾ ਕਿ ਅਸੀਂ ਨਹੀਂ ਹੋਣ ਦੇਣਾ ਕਿਉਂਕਿ ਉਹ ਖਾਲਿਸਤਾਨੀ ਹੈ, ਔਰ ਨਹੀਂ ਹੋਣ ਦਿੱਤਾ। ਹੁਣ ਦਲਜੀਤ ਦੋਸਾਂਝ, ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹ ਕਲਾਕਾਰ ਆਪਣੇ ਕਿਸਮ ਦੇ ਇਹਨਾਂ ਦਾ ਇੱਕ ਪਾਰਟ ਹੈ, ਇਹਨਾਂ ਨੇ ਆਪਣਾ ਸੌਦਾ ਵੇਚਣਾ, ਗੱਲ ਨਾ ਕਰੀਏ। ਲੇਕਿਨ ਕਿਉਂਕਿ ਜਦੋਂ ਕੋਈ ਨੈਗੇਟਿਵਿਟੀ ਹੁੰਦੀ ਹੈ ਉਦੋਂ ਵੀ ਅਸੀਂ ਉਸ ਦੇ ਉੱਤੇ ਗੱਲ ਕਰਦੇ ਹਾਂ। ਜੇ ਹੁਣ ਦਲਜੀਤ ਦੋਸਾਂਝ ਜਿਹਦਾ ਇੱਕ ਇੰਟਰਨੈਸ਼ਨਲ ਫੇਮ ਉਹਨੇ ਲਈ ਹੈ, ਆਪਣੇ ਜੋ ਵੀ ਕਲਾਬਾਜ਼ੀਆਂ ਨੇ ਜਾਂ ਜੋ ਵੀ ਗਾਇਕੀ ਹੈ ਜਾਂ ਦੌੜ ਭੱਜ ਹੈ ਸਟੇਜ ਦੇ ਉੱਤੇ ਕਿਸ ਕਿਸਮ ਦਾ, ਜਦੋਂ ਲੋਕ ਹੀ ਜਿਵੇਂ ਪਲੇਟੋ ਨੇ ਕਿਹਾ ਵੀ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ, ਤੇ ਜੇ ਹੁਣ ਲੋਕਾਂ ਦਾ ਮਿਆਰ ਹੀ ਇਹ ਹੈ ਵੀ ਉਹਨਾਂ ਦੇ ਇਸ ਕਿਸਮ ਦੇ ਹੀ ਹੀਰੋ ਹੋਣੇ ਨੇ, ਤਾਂ ਉਹਦੇ 'ਚ ਅਸੀਂ ਹੁਣ ਕਿੰਨੇ ਕਾਮੈਂਟ ਕਰ ਸਕਦੇ। ਭਗਵੰਤ ਮਾਨ ਨੂੰ ਇੱਕ ਚੁਟਕਲੇ ਸੁਣਾਉਣ ਵਾਲਾ 92 ਸੀਟਾਂ ਨਾਲ ਉਹਨੂੰ ਚੀਫ ਮਿਨਿਸਟਰੀ ਦੀ ਕੁਰਸੀ 'ਤੇ ਬਿਠਾ ਸਕਦੇ ਨੇ, ਤਾਂ ਫਿਰ ਸਾਡੀ ਜਿਹੜੀ ਕਾਮਨ ਜਾਂ ਜਨਰਲ ਇੰਟੈਲੀਜੈਂਸ ਹੈ ਉਹਦਾ ਕੀ ਲੈਵਲ ਹੈ? ਇਹ ਘੱਟ, ਲੈਸਰ ਸੈਡ ਦਾ ਬੈਟਰ। ਪਰ ਇਹਦੇ ਬਾਵਜੂਦ ਕਿ ਉਹਦੇ ਸਿਰ 'ਤੇ ਕੋਈ ਵਾਲ ਨਹੀਂ ਹੈ, ਉਹ ਪੱਗ ਜ਼ਰੂਰ ਬੰਨ੍ਹਦਾ ਹੈ, ਔਰ ਇਹ ਪੱਗ ਬੰਨ੍ਹਣਾ ਇਹਦਾ ਸਿੱਖੀ ਨਾਲ ਕੀ ਤਾਲੁਕ ਹੈ ਮੈਨੂੰ ਨਹੀਂ ਸਮਝ ਆਈ। ਵੀ ਸਾਡੇ ਜਦੋਂ ਇਹ ਕਹਿਣਗੇ ਜੀ ਪੱਗ ਨੂੰ ਬੜਾ ਪ੍ਰਮੋਟ ਕੀਤਾ, ਇਵੇਂ ਹੀ ਉਹ ਸਰਤਾਜ ਫੰਮਣੀਆਂ ਜਿਹੀਆਂ ਖਿਲਾਰੀਆਂ ਹੋਈਆਂ ਤੇ ਪਿੱਛੇ ਛੱਡਿਆ ਉਹਨੂੰ ਵੀ ਸੀ। ਮੈਂ ਕਿਹਾ ਇਹ ਜੋਗੀ ਹੈ, ਸੂਫੀ ਹੈ, ਕਿ ਇਹ ਸ਼ਕਲਾਂ ਬਣਾ ਕੇ ਜੋਗੀਆਂ ਸੂਫੀਆਂ ਵਾਂਗੂ, ਉਹ ਤਾਂ ਫਿਰ ਵੀ ਉਹਨਾਂ ਦੇ ਨੂੰ ਸੱਚ ਦੀ ਭਾਲ ਸੀ। ਪਰ ਉਸ ਕਿਸਮ ਦੇ ਜਿੱਦਾਂ ਦੇ ਆਈਕਨ ਬਣ ਜਾਂਦੇ ਨੇ, ਫਿਰ ਉਸ ਕਿਸਮ ਦੀਆਂ ਸ਼ਕਲਾਂ ਸਾਨੂੰ ਸਿੱਖਾਂ ਦੇ ਮੁੰਡਿਆਂ ਦੀਆਂ ਵੀ ਨਜ਼ਰ ਆਉਂਦੀਆਂ ਨੇ। ਇਸ ਲਈ ਸਾਡੇ ਲਈ ਤਾਂ ਕੋਈ ਉਹ ਪਾਰਟ ਨਹੀਂ ਹੈ, ਇਹ ਵੱਖਰੀ ਕਹਾਣੀ ਹੈ ਕਿ ਜੀ
ਬਹੁਤ ਪੰਜਾਬੀ ਮਾਂ ਦੀ ਸੇਵਾ ਕਰਦੇ ਨੇ। ਮੈਂ ਕਿਹਾ ਮਾਂ ਦੀ ਸੇਵਾ ਕੀ ਕਰਦੇ ਨੇ, ਉਹਦੇ ਮਾਂ ਦਾ ਨਾਂ ਲੈ ਰਿਹਾ ਕਿ ਕਿਸੇ ਨੇ ਕੋਈ ਕੋਠੀ ਕਿਤੇ ਬਣਾਈ ਹੈ, ਕੋਈ ਕਿਤੇ ਬਣਾਈ ਹੈ, ਕੋਈ ਕਿਤੇ ਚਲੋ ਇਹ ਵੀ ਕਾਬਲੇ ਮੁਆਫੀ ਹੈ। ਲੇਕਿਨ ਈਵਨ ਜਿਹੜਾ ਮਾੜਾ ਮੋਟਾ ਪੰਜਾਬੀ ਜਾਂ ਫਾਰਮਰਸ ਦੀ ਗੱਲ ਜਾਂ ਦੂਜੀ, ਹੁਣ ਜਿੱਥੇ ਗਿਆ ਖਾਸ ਤੌਰ 'ਤੇ ਇੰਦੌਰ, ਉਹਦੇ ਸ਼ੋਅ ਦੇ ਵੇਲੇ ਉਹਨਾਂ ਨੇ ਉੱਥੇ ਪੂਰਾ ਵਿਸ਼ਵ ਹਿੰਦੂ ਪਰਿਸ਼ਦ ਕਿ ਕਿਹੜੀਆਂ ਬਜਰੰਗ ਦਲ, ਉਹਨਾਂ ਨੇ ਪੂਰੇ ਪ੍ਰੋਟੈਸਟ ਕੀਤੇ ਵੀ ਸ਼ੋਅ ਹੋਣ ਨਹੀਂ ਦੇਣਾ। ਹਾਲਾਂ ਚਲੋ ਉਹਨੇ ਉੱਥੇ ਜਾ ਕੇ ਰਾਹਤ ਇੰਦੌਰੀ ਜਿਹੜੇ ਉਰਦੂ ਦੇ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਦਾ ਜੁਮਲਾ ਹੈ ਕਿ ਵੀ ਇਹ ਇਸ ਧਰਤੀ ਦੇ ਉੱਤੇ ਸਾਡਾ ਸਾਰਿਆਂ ਦਾ ਖੂਨ ਡੁੱਲਿਆ ਹੋਇਆ ਹੈ, ਇਹ ਸਾਡਾ ਸਭ ਦਾ ਹੈ, ਕਿਸੇ ਕੇ ਬਾਪ ਕਾ ਹਿੰਦੁਸਤਾਨ ਤੋਂ ਨਹੀਂ ਹੈ ਇੰਦੌਰ। ਉਹਨੂੰ ਕੋਟ ਕੀਤਾ, ਉਹਨੂੰ ਬੜਾ ਜਿਹੜਾ ਉਹ ਮੁਸਲਮਾਨਾਂ ਨੇ ਵੀ ਸਰਾਹਿਆ ਕਿ ਜੀ ਇੱਕ ਸਰਦਾਰ ਨੇ ਕਰਜ ਦਿਖਾਇਆ। ਹੁਣ ਇਹ ਸਾਰੇ ਚੱਲਦੇ ਆ, ਕਿਤੇ ਪਾਬੰਦੀਆਂ ਲਾ ਕੇ ਕਿਤੇ ਹੋਰ। ਲੇਕਿਨ ਜਿਹੜੀ ਖਬਰ ਬਣੀ 1 ਜਨਵਰੀ ਨੂੰ ਨਿਊ ਰਾਤ 10:30 ਵਜੇ ਦਲਜੀਤ ਦੋਸਾਂਝ ਫੁੱਲਾਂ ਦਾ ਗੁਲਦਸਤਾ ਲੈ ਕੇ ਪਹੁੰਚ ਜਾਂਦਾ ਮੋਦੀ ਨੂੰ ਮਿਲਣ। ਔਰ ਫਿਰ ਜੋ ਜਿੰਨਾ ਕੁ ਮੈਂ 2-3 ਮਿੰਟ ਦਾ ਡਾਇਲੋਗ ਦੇਖਿਆ, ਉਹ ਇਹ ਕਹਿੰਦਾ ਜੀ ਮੈਨੂੰ ਤਾਂ ਨਹੀਂ ਸੀ ਪਤਾ ਵੀ ਭਾਰਤ ਇੰਨਾ ਮਹਾਨ ਹੈ। ਮੈਂ ਤਾਂ ਜਦੋਂ ਕਸ਼ਮੀਰ ਗਿਆ ਤਾਂ ਉੱਥੇ ਗਿਆ ਤਾਂ ਇੱਥੇ ਸੱਚਮੁੱਚ ਹੀ ਭਾਰਤ ਬੜਾ ਮਹਾਨ ਹੈ। ਚਲੋ ਚੰਗੀ ਗੱਲ ਹੈ, ਦਲਜੀਤ ਦੋਸਾਂਝ ਦੇ ਗਿਆਨ 'ਚ ਵਾਧਾ ਹੋਇਆ। ਫਿਰ ਉਹ ਮੋਦੀ ਦੀ ਤਾਰੀਫ 'ਚ ਕੁਛ ਕਹਿ ਰਿਹਾ ਕਿ ਜੀ ਤੁਸੀਂ ਫਲਾਂ ਥਾਂ ਉਹਨੂੰ ਇੰਟਰਵਿਊ ਦਿੱਤਾ ਸੀ ਅਤੇ ਉਹ ਮੈਂ ਦੇਖਿਆ ਸੀ। ਔਰ ਦੂਜਾ ਚਲੋ ਇਹ ਵੀ ਸਮਝ ਆਈ। ਔਰ ਇਹ ਸਾਰੇ ਦੇ ਨਾਲ ਇਸ ਕਿਸਮ ਦੇ ਨਾਲ ਹੁਣ ਇੱਕਦਮ ਡਿਬੇਟ ਸ਼ੁਰੂ ਹੋ ਗਈ ਕਿ ਵੀ ਇਹ ਕੀ ਹੈ। ਹਾਲਾਂ ਮੈਨੂੰ ਇਹ ਹੋਣਾ ਕਿ ਵੀ ਉਹਨੂੰ ਜਦੋਂ ਇਹ ਸੱਦਾ ਦਿੱਤਾ ਹੋਣਾ ਮੋਦੀ ਨੇ, ਨਾਲ ਹੀ ਕਿਹਾ ਹੋਣਾ ਵੀ ਅੱਜ ਮਿਲ ਲੈ ਨਹੀਂ ਤਾਂ ਕੱਲ੍ਹ ਈਡੀ ਦਾ ਰੇਡ ਹੋਏਗਾ ਤੇਰੇ ਤੇ। ਜ਼ਾਹਰ ਹੈ ਵੀ ਜਿਸ ਕਿਸਮ ਦਾ ਵਿਰੋਧ ਸਾਰੀਆਂ ਹਿੰਦੂਤਵੀ ਆਰਗੇਨਾਈਜੇਸ਼ਨਾਂ। ਹੁਣ ਇਹ ਕੀ ਹੈ, ਇਹ ਗੁੱਡ ਕਾਪ ਬੈਡ ਕਾਪ ਹੈ। ਹੁਣ ਜਦੋਂ ਇਹ ਅਮਰੀਕਨ ਜਾਂ ਵੈਸਟਰਨ ਫਰੇਜ਼ ਹੈ ਕਿ ਵੀ ਇੱਕ ਪਾਸੇ ਜਿਹੜੇ ਦੋ ਤੁਹਾਨੂੰ ਡੀਲ ਕਰ ਰਹੇ ਹੁੰਦੇ ਨੇ ਏਜੰਸੀਆਂ ਵਾਲੇ, ਇੱਕ ਤੁਹਾਡੇ ਨਾਲ ਬੜੀ ਹਮਦਰਦੀ ਔਰ ਦੂਜਾ ਇੱਕ ਜਿਹੜਾ ਸਖਤੀ ਕਰ ਰਿਹਾ ਹੁੰਦਾ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਬੈਡ ਕਾਪ ਹਿੰਦੂਤਵੀ, ਉਹਨਾਂ ਨੇ ਫਿਰ ਜੋ ਪਹਿਲਾਂ ਕੰਗਣਾ ਰਣੌਤ ਹਿੰਦੂਤਵੀ ਕੁੜੀ ਨੇ ਜਿਸ ਕਿਸਮ ਦਾ ਇਹਦੇ ਨਾਲ ਆਡਾ ਵੀ ਲਿਆ ਦਲਜੀਤ ਦੋਸਾਂਝ ਨਾਲ, ਹੁਣ ਉਸ ਸਾਰੇ ਦੇ ਚਲਦਿਆਂ ਆਲ ਆਫ ਏ ਸਡਨ ਹਾਲਾਂ ਹੁਣ ਸਿੱਖਾਂ ਵੱਲੋਂ ਇਹ ਵੀ ਨੈਰੇਟਿਵ ਹੈ ਕਿ ਜੀ ਦੇਖੋ ਉਹ ਕਾਲੇ ਕੱਪੜੇ ਪਾ ਕੇ ਗਿਆ, ਉਹਨੇ ਹੋ ਸਕਦਾ ਕਿਸਾਨਾਂ ਦੀ ਗੱਲ। ਮੈਂ ਕਿਹਾ ਉਹਦਾ ਦੇਖ ਲਓ ਵੀ ਕਿਹਾ ਕੀ ਹੈ। ਹੁਣ ਤੁਸੀਂ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਨੈਗੇਟ ਜਾਂ ਉਹਨੂੰ ਇਹ ਕਹੋ ਜੀ ਉਹ RSS ਨਾਲ ਰਲ ਗਿਆ ਜੀ, ਉਹ ਪੈਸੇ ਬਣਾਉਣ ਵਾਲਾ ਕੰਮ ਹੈ। ਸੋ ਕਾਲਡ ਕਲਾਕਾਰ ਨੇ, ਉਹਨੇ ਉੱਥੇ ਸ਼ੋਅ ਕਰਨੇ ਨੇ ਔਰ ਉਹਨੂੰ ਨਜ਼ਰ ਆ ਰਿਹਾ ਕਿ ਬਈ ਇੱਥੇ ਗੁੱਡ ਬੁੱਕਸ 'ਚ ਰੱਖੋ ਨਾਲ, ਨਹੀਂ ਤਾਂ ਈਡੀ ਦਾ ਰੇਡ ਹੋ ਜਾਏਗਾ। ਉਹ ਕੰਵਰ ਗਰੇਵਾਲ ਵੀ ਬੋਲਦਾ ਹੁੰਦਾ ਸੀ ਕਿਸਾਨਾਂ ਜਾਂ ਦੂਜਿਆਂ 'ਤੇ 2-4 ਰੇਡ ਹੋਏ, ਉਸ ਤੋਂ ਬਾਅਦ ਉਹ ਹੁਣ ਫਿਰ ਉਹ ਸੂਫੀ ਬਣਿਆ ਹੋਇਆ, ਉਹੀ ਸਿਰ ਮਾਰੀ ਜਾਏਗਾ, ਲਾਈ ਜਾਏਗਾ। ਹੁਣ ਮੋਦੀ ਦਾ ਇਹ ਵਰਤਾਰਾ ਹਾਲਾਂ ਅੱਜ ਮੈਂ ਇੱਕ ਹੋਰ ਐਕਸਪਰਟ ਦਾ ਸੁਣ ਰਿਹਾ ਸੀ, ਉਹਨੇ ਕਿਹਾ ਜੀ ਇਹ ਦਿੱਲੀ ਅਸੈਂਬਲੀ ਚੋਣਾਂ ਹੋਣੀ ਹੈ, ਸਿੱਖਾਂ ਨੂੰ ਲੈ ਕੇ ਜਿਹੜਾ ਮਨਮੋਹਨ ਸਿੰਘ ਨੂੰ ਰਾਜਘਾਟ 'ਤੇ ਨਹੀਂ ਸਾੜਿਆ, ਦਿੱਲੀ ਦੇ ਸਿੱਖਾਂ 'ਚ ਵੀ ਗੁੱਸਾ ਹੈ। ਔਰ ਇਹ ਜਦੋਂ ਮਿਲਿਆ ਅਤੇ ਜਿਹੜਾ ਉਹ ਟਵੀਟ ਕੀਤਾ ਔਰ ਦੂਜਾ ਇੰਨੇ ਲੱਖ ਲੋਕਾਂ ਨੇ ਰੀਟਵੀਟ ਕੀਤਾ ਉਹਨੂੰ, ਮੋਦੀ ਦੀ ਮੁਲਾਕਾਤ, ਔਰ ਉਹ ਸਿੱਖ ਵੋਟਾਂ ਵੀ ਲੈ ਰਿਹਾ ਔਰ ਇਹ ਮੈਸੇਜ ਵੀ ਦੇ ਰਿਹਾ ਕਿ ਜੀ ਦੇਖੋ ਮੈਂ ਬੜਾ ਕੂਲ ਹੈ। ਕਿਉਂਕਿ ਇਸ ਤੋਂ ਪਹਿਲਾਂ ਕਪੂਰਾਂ ਦੇ ਟੱਬਰ ਨੂੰ ਵੀ ਮਿਲਿਆ ਮੋਦੀ ਸਾਰਾ। ਹੁਣ ਦੂਸਰਾ ਪਾਸਾ ਦੇਖ ਲਓ ਮੁਸਲਮਾਨਾਂ ਦਾ। ਫਿਰ ਉਹਨੇ ਹੀ ਕਿਹਾ ਕਿ ਜੀ ਦਿੱਲੀ ਦੇ ਵਿੱਚ 13-14% ਪੰਜਾਬੀ ਨੇ, 6% ਸਿੱਖ ਵੋਟਰ ਨੇ। ਉਹ ਖਫਾ ਵੀ ਸੀ ਮਨਮੋਹਨ ਸਿੰਘ ਦੇ ਮੁੱਦੇ 'ਤੇ, ਵੈਸੇ ਵੀ ਜੋ ਚੱਲ ਰਿਹਾ ਹੈ ਜਾਂ ਅਕਾਲੀ ਦਲ 'ਤੇ ਇਹ ਵੋ, ਤੇ ਇਹ ਵਿਨ ਓਵਰ ਕਰਨ ਦੀ ਲਾਈਨ ਹੈ। ਕਿਉਂਕਿ ਇਹ ਸਾਰੇ ਹੁਣ ਅਜਮੇਰ ਸ਼ਰੀਫ, ਹੁਣ ਇੱਕ ਪਾਸੇ ਵਿਸ਼ਵ ਹਿੰਦੂ ਪਰਿਸ਼ਦ ਔਰ ਹਿੰਦੂਤਵੀਆਂ ਨੇ ਤਾਂ ਇਹ ਕਲੇਮ ਕੀਤਾ ਹੋਇਆ ਵੀ ਉਹਦੇ ਥੱਲੇ ਸ਼ਿਵ ਮੰਦਰ ਹੈ ਪੁਰਾਣਾ ਦਰਗਾਹ ਅਜਮੇਰ, ਹਾਲਾਂਕਿ 12ਵੀਂ-13ਵੀਂ ਸਦੀ ਦਾ ਹੈ। ਇਹ ਚਿਸ਼ਤੀ ਆਰਡਰ ਜਿਹੜਾ ਸੂਫੀ ਫਕੀਰਾਂ ਦਾ, ਬਾਬਾ ਫਰੀਦ ਸ਼ਕਰਗੰਜ ਔਰ ਨਿਜ਼ਾਮੁਦੀਨ ਔਲੀਆ ਦਿੱਲੀ ਦੇ ਵਿੱਚ, ਅਜਮੇਰ ਸ਼ਰੀਫ, ਇਹ ਦਰਗਾਹ ਇਹ ਪੁਰਾਣੇ ਨੇ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਕੋਰਟ 'ਚ ਜਾ ਕੇ ਲਿਆਇਆ ਕਿ ਜੀ ਇਹਦੀ ਕਰੋ ਅਜਮੇਰ ਸ਼ਰੀਫ, ਇਹ ਤਾਂ ਪੁਰਾਣਾ ਮੰਦਰ ਸੀ। ਹੁਣ ਮੋਦੀ 2 ਦਿਨ ਪਹਿਲਾਂ ਜਿਹੜਾ 3 ਜਨਵਰੀ ਨੂੰ ਆਪਣਾ ਜਿਹੜਾ ਉਹਦਾ ਵਜ਼ੀਰ ਹੈ ਕਿਰਨ ਰਿਜਿਜੂ, ਉਹਨੂੰ ਚਾਦਰ ਦੇ ਕੇ ਭੇਜਦਾ ਕਿ ਜੀ ਜਿਹੜਾ ਉਰਸ ਸ਼ੁਰੂ ਹੋ ਰਿਹਾ ਹੈ ਦਰਗਾਹ ਅਜਮੇਰ ਸ਼ਰੀਫ ਦਾ, ਉਸ ਦੇ ਵਿੱਚ ਚਾਦਰ ਚੜਾਓ। ਹਾਲਾਂਕਿ ਕਿਹਾ ਜਾ ਰਿਹਾ ਜੀ ਇਹ ਜਦੋਂ ਦੇ ਪ੍ਰਾਈਮ ਮਿਨਿਸਟਰ ਨਹਿਰੂ ਦੇ ਜ਼ਮਾਨੇ ਤੋਂ ਜਾਂ ਕਿਹਦੇ ਜ਼ਮਾਨੇ ਤੋਂ ਇਹ ਰਵਾਇਤ ਹੈ, ਉੱਥੇ ਭੇਜਿਆ ਜਾਂਦਾ ਹੈ। ਪਰ ਮੋਦੀ ਨੇ ਤਾਂ ਕੋਈ ਰਵਾਇਤ ਰੱਖੀ ਨਹੀਂ ਅੱਜ ਤੱਕ। ਉਹ ਤਾਂ
ਆਪਣੇ ਪਬਲਿਕ ਜਲਸਿਆਂ ਦੇ ਵਿੱਚ ਇਹ ਕਹਿੰਦਾ ਰਿਹਾ ਕਿ ਜੀ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਤਾਂ ਤੁਹਾਡਾ ਸੋਨਾ ਮੁਸਲਮਾਨਾਂ ਨੇ ਲੁੱਟ ਲੈਣਾ ਹੈ, ਤੁਹਾਡੇ ਮੰਗਲ ਸੂਤਰ ਵੀ ਖੋਹ ਲੈਣੇ ਨੇ। ਫਿਰ ਅਚਾਨਕ ਮੋਦੀ ਦਾ ਇਹ ਪਾਰਟ ਔਰ ਇਹਦੇ 'ਤੇ ਹਿੰਦੂਤਵੀਆਂ ਨੇ ਜਿਹੜਾ ਇਹ ਕਿਹਾ ਵੀ ਹੈ ਕਿ ਜੀ ਇਹ ਤਾਂ ਕੋਰਟ ਕੇਸ ਹੈ, ਇਹਦੇ 'ਤੇ ਤਾਂ ਇਹ ਐਜ਼ ਏ ਪ੍ਰਾਈਮ ਮਿਨਿਸਟਰ ਕਿਵੇਂ ਭੇਜ ਸਕਦਾ ਹੈ ਇਹ ਉਹ। ਸੋ ਇਹ ਗੁੱਡ ਕੌਪ ਬੈਡ ਕੌਪ ਚੱਲ ਰਿਹਾ ਔਰ ਮੈਨੂੰ ਇਹ ਲੱਗਦਾ ਵੀ ਇਹ ਜਿਹੜਾ ਇੰਟਰਨੈਸ਼ਨਲ ਦਬਾਅ ਵੀ ਇਹਨਾਂ ਦੇ ਉੱਤੇ ਬਣਿਆ ਹੋਇਆ ਸਿੱਖਾਂ ਦੇ ਮਾਮਲੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਮੁਸਲਮਾਨਾਂ ਦੇ ਮਾਮਲੇ ਜੋ ਕੁਛ ਇਹ ਕਰ ਰਹੇ ਨੇ ਅੱਡ ਜਿਹੜੀਆਂ ਇਨਵੈਸਟੀਗੇਟਿਵ ਰਿਪੋਰਟਸ ਹਿਊਮਨ ਰਾਈਟਸ, ਉਹਨੂੰ ਵੀ ਜਿਹੜਾ ਇਹ ਥੋੜ੍ਹਾ ਜਿਹਾ ਉਸ ਦਾ ਦਬਾਅ ਘਟਾਉਣਾ ਚਾਹੁੰਦੇ ਨੇ। ਦਿੱਲੀ 'ਚ ਵੀ ਮੁਸਲਮਾਨ ਵੋਟਰ 12-13% ਉਹਨਾਂ ਦੀ ਵੀ ਵੋਟਿੰਗ ਹੈ, ਉਹਨਾਂ ਨੂੰ ਵੀ ਸ਼ਾਇਦ ਖੁਸ਼ ਕਰ ਰਹੇ ਨੇ। ਔਰ ਇੱਕ ਇਨਰ ਕ੍ਰਾਈਸਿਸ ਵੀ ਸ਼ਾਇਦ ਇਹਨਾਂ ਦਾ ਮੋਹਨ ਭਾਗਵਤ ਵਰਸਸ ਇਹ ਚੱਲ ਰਿਹਾ। ਸੋ ਕੁੱਲ ਮਿਲਾ ਕੇ ਇਸ ਕਿਸਮ ਦੀ ਇਹ ਨੌਟੰਕੀ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਕਲਾਸ ਨੇ ਉਹ ਲੈਣ ਜਾ ਰਹੇ ਹਾਂ। ਬਲਜੀਤ ਰਾਜ ਜੀ ਸਾਡੇ ਕੱਲ੍ਹ ਵਿਊਅਰ ਨੇ ਔਰ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ, ਸਾਹਿਲ ਨੱਚ ਜੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਸੋਇਨ ਮਾਲ ਜੀ, अमृत सरोवर जी ये कह रहे हैं कि साउंड सिस्टम में प्रॉब्लम है, और जसकीरत सिंह जी, फिर जगदीश महाराज जी, फिर इस तरह मोहम्मद याकूब जी आए ने, ये सानू फतेह बुलाते हैं, खालसा जिंदाबाद कहते हैं, और सुखविंदर सिंह जी खालसा जिंदाबाद कहते हैं, और इसी तरह परमिंदर जी, फिर इसी तरह मोहम्मद याकूब जी कहते हैं। हाँ तो अच्छा एक मिनट इन्होंने मैं भाज पढ़ दी। अमरजीत राय जी कहते हैं थैंक यू सो मच, वेरी एजुकेशनल आई ओपनर, एंड फिर इस तरह मोहम्मद याकूब जी कहते साल का पहले जुम्मा मुबारक हो। बहुत शुक्रिया, ਤੁਹਾਨੂੰ ਵੀ ਮੁਬਾਰਕ। ਦੇ ਵਿੱਚ ਸੁਰਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਮੁਹੰਮਦ ਸ਼ਕੂਬ ਜੀ ਕਹਿੰਦੇ ਨੇ ਕਿ ਹਾਂਜੀ, ਫਿਰ ਉਹਨਾਂ ਨੂੰ ਇਹ ਸੇਮ ਹੀ ਕਿਹਾ ਕਿ ਬਲਿਹਾਰ ਸਿੰਘ ਕੰਗ ਜੀ ਵੀ, ਫਿਰ ਇਸੇ ਤਰ੍ਹਾਂ ਮੁਹੰਮਦ ਜੀ ਕਹਿੰਦੇ ਨੇ कि डॉक्टर साहब कभी कभी पाकिस्तान की खबर भी बता दिया करो, सुना है कि इमरान खान को फांसी होने वाली है। ਯਾਕੂਬ ਸਾਹਿਬ ਤੁਸੀਂ ਬਹੁਤ ਸਿਆਣੇ ਹੋ, ਤੁਹਾਨੂੰ ਪਤਾ ਹੈ ਵੀ ਉੱਥੇ ਕੀ ਚੱਲ ਰਿਹਾ। ਹਾਲਾਂ ਅੱਜ ਅਸੀਂ ਪਾਕਿਸਤਾਨ ਦੇ ਉੱਤੇ ਇੱਕ ਸੈਗਮੈਂਟ ਕੀਤਾ ਹੈ ਔਰ ਮੈਨੂੰ ਇਹ ਲੱਗਦਾ ਵੀ ਇੱਕ ਪਾਸੇ ਇਮਰਾਨ ਖਾਨ ਹੋਰਾਂ ਦੇ ਨਾਲ ਗੁਫ਼ਤਗੂ ਵੀ ਸ਼ੁਰੂ ਕੀਤੀ ਹੋਈ ਹੈ। ਅਸੀਂ ਪਾਕਿਸਤਾਨ ਦੀ ਖੁਸ਼ਹਾਲੀ ਸਟੇਬਿਲਿਟੀ ਦੀ ਦੁਆ ਹੀ ਕਰ ਸਕਦੇ ਹਾਂ, ਹੋਰ ਤਾਂ ਸਾਡੇ ਕੋਲ ਕੁਝ ਨਹੀਂ ਹੈ ਕਹਿਣ ਨੂੰ। ਕੁਲਦੀਪ ਕੌਰ ਜੀ, ਨੂਰ ਜੀ, ਫਿਰ ਸਰਦਾਰ ਲਾਡੀ ਸਿੰਘ ਜੀ, ਦਵਿੰਦਰ ਸੰਧੂ ਜੀ, ਔਰ ਇਹ ਦੇਖ ਰਹੇ ਨੇ ਸਾਨੂੰ ਸੰਧੂ ਪਿੰਡ ਰੰਗਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। मोहम्मद जी कहते हैं कि नवाज शरीफ और जरदारी दोनों इंडिया के एजेंट हैं। राजनप्रीत सिंह और फिर मोहम्मद इसाक दार भी बगैरत है, और ब्लैक की आइज फतेह बुलांदे ने, और इसी तरह फिर मोहम्मद याकूब जी कहते हैं जी जी डॉक्टर साहब आप सही कह रहे हो कि वाकई हम बेगैरत हैं, फ़लस्तीन का तमाशा देख रहे हैं। ਜਸਪਾਲ ਸਿੰਘ ਕਾਲੇ ਜੀ, ਔਰ ਇਸੇ ਤਰ੍ਹਾਂ ਦੇਖੋ ਯਾਕੂਬ ਸਾਹਿਬ, ਲੋਕਾਂ ਦੇ ਵਿੱਚ ਤਾਂ ਗੁੱਸਾ ਹੈ, ਆਮ ਮੁਸਲਮਾਨ, ਕਿਰਤੀ ਮੁਸਲਮਾਨ, ਪਰ ਇਹ ਜਿਨ੍ਹਾਂ ਦੇ ਜਿਹੜੇ ਪੈਸੇ ਔਰ ਇਸ ਐਆਸ਼ੀ ਦੇ ਲਾਈਫ ਸਟਾਈਲ ਚੰਨੇ ਹੋਏ ਸਾਰੇ ਜਿਹੜੇ ਬੜੇ ਬੜੇ ਇਹਨਾਂ ਮੁਲਕਾਂ ਦੇ ਵਿੱਚ ਸ਼ੇਖ ਬੈਠੇ ਹੋਏ ਨੇ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਕੋਈ ਇਸਲਾਮ ਨਾਲ ਜਾਂ ਇਨਸਾਨੀਅਤ ਨਾਲ ਕੋਈ ਨਹੀਂ ਹੈ, ਇਹ ਤਾਂ ਆਪਣੀ ਐਆਸ਼ੀ 'ਚ ਲੱਗੇ ਹੋਏ ਨੇ ਜੀ। ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਫਤਿਹ ਬੁਲਾ ਕੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋਨੂ ਜੱਜ ਸਾਨੂੰ ਦੇਖ ਰਹੇ ਨੇ ਕੁਵੈਤ ਤੋਂ, ਬਹੁਤ ਸ਼ੁਕਰੀਆ ਜੀ ਗੱਲ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਹਰਜੀਤ ਸਿੰਘ ਸੰਧੂ ਜੀ, ਫਿਰ ਇਸੇ ਤਰ੍ਹਾਂ ਬਸਰਾ ਜੀ, ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਪੰਨੂ ਜੀ, ਔਰ ਸਤਨਾਮ ਔਜਲਾ ਜੀ, ਸਾਤਨ ਬੁਆਏ ਜੀ, ਫਿਰ ਐਚ ਸਿੰਘ ਜੀ ਕਹਿੰਦੇ ਨੇ ਕਿ ਹਾਂਜੀ ਇਹ ਵੀ ਫਤਿਹ ਬੁਲਾ ਰਹੇ ਨੇ, ਔਰ ਸੁਖਵਿੰਦਰ ਸਿੰਘ ਜੀ ਵੀ। ਫਿਰ ਕੌਰ ਸ਼ਰਨਜੀਤ ਕਹਿੰਦੇ ਦਲਜੀਤ ਨੂੰ ਅਸੀਂ ਕਿਵੇਂ ਸਿੱਖ ਮੰਨ ਲਈਏ ਜਿਸ ਨੇ ਸ਼ਹੀਦੀ ਦਿਹਾੜਿਆਂ 'ਚ ਆਪਣਾ ਸ਼ੋਅ ਰੱਖਿਆ। ਔਰ ਫਿਰ ਇਸ ਤਰ੍ਹਾਂ ਸੁਖਵਿੰਦਰ ਸਿੰਘ ਜੀ, ਜਗਜਿੰਦਰ ਸਿੰਘ ਜੀ, ਅਮਨ ਸਿੰਘ ਖਾਲਸਾ ਜੀ, ਫਿਰ ਇਸੇ ਤਰ੍ਹਾਂ ਕੌਰ ਸ਼ਰਨਜੀਤ ਕਹਿੰਦੇ ਪੈਸਾ ਬਣਾਉਣ ਵਾਲੇ ਦਿੱਲੀ ਤੇ ਰੁਲਣ ਵਾਲੇ ਕਨੌਰੀ ਤੇ ਰੁਲਦੇ ਨੇ। ਫਿਰ ਜੋਰਾ ਰਾਏ ਜੀ ਕਹਿੰਦੇ ਕਿ ਬਟ ਇੰਨਾ ਮਾਨ, ਕਹਿੰਦੇ ਭਾਰਤ ਇੰਨਾ ਮਹਾਨ ਹੈ ਕਿ 1500 ਮਿਲੀਅਨ ਇਨਕਮ ਤੋਂ 3 ਟ੍ਰਿਲੀਅਨ ਡਾਲਰਸ ਪਤਾ ਨਹੀਂ ਓਕੇ। ਕੈਨੇਡਾ ਰਿਨੋਲੀ ਜੀ ਵੀ, ਔਰ ਇਸੇ ਤਰ੍ਹਾਂ ਫਿਰ ਹਾਂਜੀ ਇਹਨਾਂ ਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਮੀਤ ਖੱਕ ਜੀ ਵੀ, ਔਰ ਮਿਸ਼ਰਾ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨੇ ਹੰਗ ਸਿੰਘ ਜੀ ਆਲਵੇਜ਼ ਕਹਿੰਦੇ ਗ੍ਰੇਟ ਪ੍ਰੋਗਰਾਮ ਹੈ। ਬਹੁਤ ਸ਼ੁਕਰੀਆ ਮੁਹੰਮਦ ਯਾਕੂਬ ਜੀ,
कहते जवाब देने के लिए बहुत बहुत शुक्रिया। सो ਉਸ ਦੇ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਗਿਆ ਦੋ ਦੀ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।